ਬਿਲਗਾ ਨਿਊਜ਼ ਆਨਲਾਈਨ ਨਾਲ ਜੁੜੇ ਦੋਸਤਾਂ ਨੂੰ ਪੱਤਰਕਾਰ ਜਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਅਸੀਂ ਅੱਜ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਚਲੰਤ ਮੁੱਦਿਆਂ ਬਾਰੇ, ਜਿਹਦੇ ਵਿੱਚ ਮੇਰੇ ਨਾਲ ਸੁਰਿੰਦਰਪਾਲ ਬਿਲਗਾ ਜੀ ਇਹਨਾਂ ਚਲੰਤ ਮੁੱਦਿਆਂ ਤੇ ਇਹਨਾਂ ਤੋਂ ਆਪਾਂ ਟਿੱਪਣੀ ਲਵਾਂਗੇ। ਸੁਰਿੰਦਰਪਾਲ ਬਿਲਗਾ ਜੀ, ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਤੇ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਧੰਨਵਾਦ ਜੀ। ਕਰੀਏ ਆਪਾਂ ਪ੍ਰੋਗਰਾਮ ਸ਼ੁਰੂ। ਹਾਂਜੀ, ਜਿਸ ਤਰ੍ਹਾਂ ਸੁਰਿੰਦਰਪਾਲ ਜੀ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਜਿਹੜਾ ਕਿ 25 ਨਵੰਬਰ ਤੋਂ ਸ਼ੁਰੂ ਹੋਇਆ ਸੀ ਜੀ, ਇਹ ਬੜੇ ਵੱਖਰੇ ਵੱਖਰੇ ਜਿਹੜੇ ਪੜਾਅ ਆਪਾਂ ਨੂੰ ਦੇਖਣ ਨੂੰ ਮਿਲੇ ਆ। ਜਿਹੜਾ 26 ਜਨਵਰੀ ਦਾ ਕਿਸਾਨ ਅੰਦੋਲਨ ਵੱਲੋਂ ਦਿੱਤਾ ਸੀ ਪ੍ਰੋਗਰਾਮ ਟਰੈਕਟਰ ਪਰੇਡ ਦਾ, ਬੜੀ ਵੱਡੀ ਗਿਣਤੀ 'ਚ ਟਰੈਕਟਰ ਉੱਥੇ ਗਏ। ਤਾਂ ਤੁਸੀਂ ਉਹ ਵੀ ਦਿਨ ਦੇਖਿਆ 26 ਜਨਵਰੀ ਦਾ, ਜਿੱਦਣ ਜਿਹੜੇ ਟਰੈਕਟਰ ਅਸੀਂ ਲਾਲ ਕਿਲ੍ਹੇ ਨੂੰ ਨਿਕਲ ਗਏ ਜੀ। ਤਾਂ ਉਸ ਗੱਲ ਨੂੰ ਲੈ ਕੇ ਜਿੱਦਾਂ ਦਾ ਵਰਤਾਰਾ ਆਪਾਂ ਸਾਰਿਆਂ ਨੇ ਦੇਖਿਆ, ਹਾਂਜੀ, ਉਸ ਵਰਤਾਰੇ ਨੂੰ ਲੈ ਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ, ਹਾਂਜੀ, ਉਹ ਜਿਹੜੀ ਧਿਰ ਉੱਧਰ ਨੂੰ ਚਲੇ ਗਈ ਜੀ, ਜਿਹਦੇ ਵਿੱਚ ਦੀਪ ਸਿੱਧੂ ਤੇ ਲੱਖਾ ਸਧਾਣਾ ਵੀ ਸ਼ਾਮਲ ਸੀ ਜੀ। ਇਸ ਗੱਲ ਨੂੰ ਲੈ ਕੇ ਜਿੱਥੇ ਸਰਕਾਰ ਲਈ ਇਹ ਇੱਕ ਵਧੀਆ ਗੱਲ ਹੱਥ ਸਰਕਾਰ ਦੇ ਆਈ ਆ ਵੀ ਇੱਕ ਵੱਖਵਾਦੀ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ। ਉਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਜਿਹੜੇ ਜਥੇਬੰਦੀਆਂ ਆ, ਉਹਦੇ ਵਿੱਚੋਂ ਕੁਝ ਜਿਹੜੇ ਆਗੂ ਸੀ, ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ, ਹਾਂਜੀ, ਜਿਹੜਾ ਕੁਝ ਅਜਿਹੇ ਸ਼ਬਦ ਨਾਲ ਜੋੜਤੇ ਜਿਹੜੇ ਲੋਕਾਂ ਨੇ ਸ਼ਬਦ ਸਵੀਕਾਰ ਨਹੀਂ ਕੀਤੇ ਜੀ। ਔਰ ਦੇਖਣ ਵਿੱਚ ਆਇਆ ਜਿਹੜੇ ਇਸ ਅੰਦੋਲਨ ਵਿੱਚ 26 ਜਨਵਰੀ ਤੋਂ ਬਾਅਦ ਨੌਜਵਾਨ ਜਿਹੜੇ ਆ ਉਹ ਲਗਾਤਾਰ ਜਿਹੜਾ ਆ ਉਹਨਾਂ ਦੀ ਹਾਜ਼ਰੀ ਘਟਦੀ ਦੇਖੀ ਗਈ ਜੀ। ਔਰ ਨੌਜਵਾਨਾਂ ਨੇ ਜਿੱਦਾਂ ਬਠਿੰਡੇ ਦੇ ਵਿੱਚ ਮਹਿਰਾਜ ਪਿੰਡ ਵਿੱਚ ਬਹੁਤ ਵੱਡਾ ਇਕੱਠ ਕਰਕੇ ਦਿਖਾਇਆ ਜੀ, ਜਿਹਦੇ ਰਾਹੀਂ ਅਪੀਲ ਕੀਤੀ ਇਹ ਕਿਸਾਨ ਸੰਯੁਕਤ ਮੋਰਚੇ ਨੂੰ ਵੀ ਨੌਜਵਾਨਾਂ ਨੂੰ ਨਾਲ ਰੱਖਿਆ ਜਾਵੇ ਜੀ। ਖਾਸ ਕਰਕੇ ਲੱਖਾ ਸਧਾਣਾ ਦਾ ਜ਼ਿਕਰ ਹੋਇਆ, ਠੀਕ ਹੈ ਜੀ। ਉਸ ਤੋਂ ਬਾਅਦ ਮਸਤੂਆਂ ਨੇ ਬੜਾ ਵੱਡਾ ਇਕੱਠ ਨੌਜਵਾਨੀ ਨੇ ਕੀਤਾ ਜੀ। ਇਹ ਖਟਕੜ ਕਲਾਂ 'ਚ ਬੜਾ ਵੱਡਾ ਇਕੱਠ ਹੋਇਆ, ਜਿੱਥੇ ਨੌਜਵਾਨਾਂ ਨੇ ਫਿਰ ਮੰਗ ਦੁਹਰਾਈ ਵੀ ਲੱਖੇ ਸਧਾਣੇ ਨੂੰ ਜਿਹੜਾ ਆ ਸ਼ਾਮਲ ਕੀਤਾ ਜਾਵੇ, ਸਟੇਜ ਤੋਂ ਬੋਲਣ ਦੀ ਜਿਹੜੀ ਆ ਉਹ ਪ੍ਰਵਾਨਗੀ ਦਿੱਤੀ ਜਾਵੇ ਜੀ। ਜਿਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਿਹੜੇ 94 ਜਿਹੜੇ ਕਲਾਕਾਰ ਆ, ਹਾਂਜੀ, ਉਹਨਾਂ ਨੇ ਲਗਾਤਾਰ ਜਿਹੜਾ ਆ ਇਹ ਨੌਜਵਾਨਾਂ ਨੂੰ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਨਾਲ ਲੱਖੇ ਸਧਾਣੇ ਦੀ ਸ਼ਮੂਲੀਅਤ ਲਈ ਆਪਾਂ ਦੇਖਦੇ ਹਾਂ ਵੀ ਉਹਨੇ ਯਤਨ ਕੀਤਾ ਜੀ। ਇਸ ਯਤਨ ਨੂੰ ਲੈ ਕੇ ਸਾਡੀਆਂ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਆ, ਹਾਂਜੀ, ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਜੀ। ਉਸ ਤੋਂ ਬਾਅਦ 3 ਮੈਂਬਰੀ ਕਮੇਟੀ ਬਣਾਈ, ਹਾਂਜੀ। ਉਸ 3 ਮੈਂਬਰੀ ਕਮੇਟੀ ਨੇ ਕੱਲ੍ਹ ਫੈਸਲਾ ਜਿਹੜਾ ਸੁਣਾ ਦਿੱਤਾ ਡਾਕਟਰ ਦਰਸ਼ਨਪਾਲ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਲੱਖਾ ਸਧਾਣਾ ਆ ਉਹ ਸੰਯੁਕਤ ਮੋਰਚੇ ਦੀ ਜਿਹੜੀ ਸਟੇਜ ਆ ਉੱਥੋਂ ਸੰਬੋਧਨ ਕਰੂਗਾ, ਠੀਕ ਹੈ। ਜਿੱਥੇ ਸਾਰੇ ਪਾਸੇ ਇਹ ਇੱਕ ਨੌਜਵਾਨਾਂ ਦੇ ਵਿੱਚ, ਲੋਕਾਂ ਵਿੱਚ ਖਬਰ ਜਿਹੜੀ ਆ ਬੜੀ ਖੁਸ਼ੀ ਨਾਲ ਜਿਹੜੀ ਆ ਪਸਰੀ ਆ ਜੀ। ਤੁਹਾਡੇ ਕੋਲ ਟਿੱਪਣੀ ਲੈਣੀ ਚਾਹਾਂਗੇ, ਹਾਂਜੀ, ਕਿ ਇਸ ਅੰਦੋਲਨ ਨੂੰ ਇਸ ਗੱਲ ਤੋਂ ਬਾਅਦ ਲੱਖੇ ਸਧਾਣੇ ਤੋਂ ਉੱਥੋਂ ਜਿਹੜਾ ਲੱਖਾ ਸਧਾਣਾ ਜਦੋਂ ਸੰਬੋਧਨ ਕਰੂਗਾ ਜੀ, ਪੰਜਾਬ ਵਿੱਚੋਂ ਕਿੰਨੀ ਕਾਸ ਰੱਖਦੇ ਆ ਵੀ ਜਿਹੜੇ ਨੌਜਵਾਨ ਆ ਦੁਆਰਾ ਫਿਰ ਮੁੜ ਉੱਧਰ ਨੂੰ ਜੁੜਨਗੇ? ਇਹਦੇ ਬਾਰੇ ਦੱਸਿਓ ਸਾਡੇ ਸਰੋਤਿਆਂ। ਸਭ ਤੋਂ ਪਹਿਲਾਂ ਤਾਂ ਬਿਲਗਾ ਨਿਊਜ਼ ਆਨਲਾਈਨ ਤੇ ਜੀ ਸਰੋਤਿਆਂ ਨੂੰ ਤੇ ਤੁਹਾਨੂੰ ਸਰ ਰਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੱਥੋਂ ਤੱਕ ਗੱਲ ਜਿਹੜੀ ਹੈ ਉਹ ਕਿਸਾਨ ਅੰਦੋਲਨ ਦੀ ਤੁਸੀਂ ਕਰ ਰਹੇ ਹੋ ਜੀ, ਕਿ ਕਿਸਾਨ ਅੰਦੋਲਨ ਜਿਹੜਾ ਉਹ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ ਮਜਬੂਰੀ ਵਸ ਜਿਹੜਾ ਉਹ ਕਰਨਾ ਪੈ ਰਿਹਾ ਜੀ। ਕੇਂਦਰ ਦੀ ਜਿਹੜੀ ਸਰਕਾਰ ਹੈ ਜੀ, ਉਹਨੇ ਕਿਉਂਕਿ ਕਿਸਾਨਾਂ ਦੇ ਖਿਲਾਫ ਬਹੁਤ ਕਾਲੇ ਕਾਨੂੰਨ ਜਿਹੜੇ ਲਿਆਂਦੇ, ਜਿਹੜੇ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਖਤਰਨਾਕ ਹੈ, ਬਿਲਕੁਲ। ਤੋ ਉਹਨਾਂ ਦੇ ਖਿਲਾਫ ਇਹ ਜਿਹੜਾ ਅੰਦੋਲਨ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਜੀ। ਤਾਂ ਉਸ ਦੌਰਾਨ ਜਿਹੜਾ 26 ਜਨਵਰੀ ਤੇ ਘਟਨਾ ਵਾਪਰੀ ਜੀ, ਉਸ ਦੇ ਦੌਰਾਨ ਕੁਝ ਤਰੁੱਟੀਆਂ ਰਹੀਆਂ, ਕੁਝ ਕਮੀਆਂ ਰਹੀਆਂ ਜੀ। ਤੋ ਚਾਹੀਦਾ ਇਹ ਸੀ ਕਿ ਇੱਕਦਮ ਕੋਈ ਵੀ ਫਤਵਾ ਸੁਣਾਉਣ ਤੋਂ ਪਹਿਲਾਂ ਕਿਸੇ ਵੀ ਅੰਦੋਲਨ ਹੋਵੇ, ਚਾਹੇ ਕੋਈ ਵੀ ਮੂਵਮੈਂਟ ਹੋਵੇ, ਉਹਦੇ 'ਚ ਸਵੇ ਪੜਚੋਲ ਜਿਹੜੀ ਹੈ ਉਹ ਅਤੀ ਜ਼ਰੂਰੀ ਹੁੰਦੀ ਹੈ, ਬਿਲਕੁਲ। ਸਵੇ ਪੜਚੋਲ ਤੋਂ ਬਾਅਦ ਜਿਹੜਾ ਉਹ ਨਿਚੋੜ
ਤੇ ਤਾਂ ਹੀ ਬੰਦਾ ਪਹੁੰਚਦਾ ਹੈ ਕਿ ਅਸੀਂ ਜਿਹਨੂੰ ਕਸੂਰਵਾਰ ਠਹਿਰਾਉਂਦੇ ਆ ਉਹਦਾ ਪੱਖ ਵੀ ਸੁਣ ਲਿਆ ਜਾਂਦਾ। ਬਿਲਕੁਲ, ਇਹ ਬਹੁਤ ਜ਼ਰੂਰੀ ਸੀਗਾ। ਸਹੀ ਆ। ਸੋ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਹੈ ਜੀ, ਉਹ ਵੱਖ-ਵੱਖ ਹੱਥ ਕੰਡੇ ਵਰਤ ਕੇ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਸੀ ਜੀ। ਸੋ ਏਡੇ ਵੱਡੇ ਅੰਦੋਲਨ 'ਚ ਮਾਮੂਲੀ ਗਲਤੀਆਂ, ਕਮੀਆਂ, ਕਮਜ਼ੋਰੀਆਂ ਰਹਿ ਸਕਦੀਆਂ ਜੀ, ਪਰ ਮੇਰਾ ਆਪਣਾ ਇਹ ਵਿਚਾਰ ਹੈ ਜੀ ਕਿ ਬਈ ਐਡੀ ਛੇਤੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਜੀ। ਆਗੂਆਂ ਨੂੰ ਵੀ ਉਹਨਾਂ ਨੂੰ ਚਾਹੀਦਾ ਸੀ ਕਿ ਜਿਸ ਦੇ ਬਾਰੇ ਵੀ ਕੋਈ ਕਿਸੇ ਗੱਲ ਦਾ ਪਤਾ ਲੱਗਾ, ਚਾਹੇ ਲੱਖਾ ਸਦਾਣਾ, ਚਾਹੇ ਕੋਈ ਹੋਰ ਸੱਜਣ ਹੋਣ ਜੀ, ਉਹਨਾਂ ਦਾ ਪੱਖ ਵੀ ਸੁਣ ਲਿਆ ਜਾਂਦਾ ਜੀ। ਉਸ ਤੋਂ ਬਾਅਦ ਸਭੇ ਪੜਚੋਲ ਕਰਨ ਤੋਂ ਬਾਅਦ ਆਪਸ ਵਿੱਚ ਬੈਠ ਕੇ ਇਹ ਮਸਲਾ ਨਿਬੇੜਨਾ ਚਾਹੀਦਾ ਸੀ, ਨਾ ਕਿ ਸਾਨੂੰ ਮੀਡੀਆ ਵਿੱਚ ਜਾਣਾ ਚਾਹੀਦਾ ਸੀ। ਸੋ ਮੈਂ ਇਹ ਆਪਣੀ ਰਾਏ ਦੇਵਾਂਗਾ, ਆਪਣਾ ਸੁਝਾਅ ਵੀ ਇਹ ਦੇਵਾਂਗਾ ਕਿ ਇਹ ਅੰਦੋਲਨ ਦਾ ਹੱਲੇ ਕੋਈ ਵਿਸ਼ਵਾਸ ਨਹੀਂ ਕਿ ਕਦੋਂ ਖਤਮ ਹੋ ਜਾਣਾ ਜੀ। ਸਮਾਂ ਲੰਬਾ ਲੱਗ ਸਕਦਾ, ਪਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਬੜਾ ਠੰਮੇ ਤੋਂ ਕੰਮ ਲੈ ਕੇ ਚੱਲਣਾ ਹੋਏਗਾ। ਤੁਹਾਡੇ ਖਿਆਲ ਨਾਲ ਇਹ ਜਿਹੜਾ ਇਹ ਦੋਨਾਂ ਧਿਰਾਂ ਦੇ ਵਿੱਚ ਕੁਝ ਖੜੋੜਤ ਆਈ ਸੀ, ਇਹਦਾ ਸਰਕਾਰ ਲਾਹਾ ਲੈ ਗਈ? ਹਾਂਜੀ ਬਿਲਕੁਲ, ਸਰਕਾਰ ਜਿਹੜੀ ਹੈ, ਕਿਉਂਕਿ ਉਹਨਾਂ ਨੇ ਹਰ ਜਿਹੜਾ ਹੱਥ ਕੰਡਾ ਜੀ, ਸ਼ਾਮ, ਦਾਮ, ਦੰਦ, ਡੰਡ, ਭੇਦ ਜੀ, ਇਹ ਸਾਰੇ ਜਿਹੜੇ ਉਹਨਾਂ ਕੋਲੇ ਹਥਿਆਰ ਹੈ, ਇਹ ਮਨੂਵਾਦੀ ਲੋਕ RSS ਦੀ ਜਿਹੜੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਦੀ ਜੀ, ਉਹ ਕੋਈ ਅੰਦਾਜ਼ਾ ਨਹੀਂ ਤੁਸੀਂ ਲਾ ਸਕਦੇ ਕਿ ਉਹ ਕਿੰਨਾ ਨੀਚੇ ਗਿਰ ਸਕਦੇ ਆ ਇਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ। ਠੀਕ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਸਾਨੂੰ ਸੰਭਲ ਕੇ ਚੱਲਣਾ ਹੋਏਗਾ। ਜਿਸ ਤਰ੍ਹਾਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਇਹ ਅਪੀਲ ਕੀਤੀ ਹੈ ਨੌਜਵਾਨਾਂ ਨੂੰ, ਪੰਜਾਬ ਦੇ ਜਿਹੜੇ ਕਰੀਬ 12,000 ਤੋਂ ਵੱਧ ਜਿਹੜੇ ਪਿੰਡ ਆ, ਉੱਥੇ 21 ਮੈਂਬਰੀ ਜਿਹੜੀ ਆ ਨੌਜਵਾਨਾਂ ਵੱਲੋਂ ਕਮੇਟੀ ਬਣਾਈ ਜਾਵੇ ਔਰ ਪਿੰਡਾਂ ਦੇ ਵਿੱਚ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਆਉਂਦੇ ਆ, ਉਹਨਾਂ ਨੂੰ ਸਵਾਲ ਕੀਤੇ ਜਾਣ। ਖਾਸ ਕਰਕੇ ਉਹਨਾਂ ਲੀਡਰਾਂ ਨੇ ਲੋਕਾਂ ਲਈ ਕੀ ਕੀਤਾ, ਪੰਜਾਬ ਲਈ ਕੀ ਕੀਤਾ, ਕਿਉਂਕਿ ਸਥਿਤੀ ਇਸ ਵੇਲੇ ਬੜੀ ਨਾਜ਼ੁਕ ਬਣ ਚੁੱਕੀ ਆ ਪੰਜਾਬ ਦੀ। ਇਹਦੇ ਲਈ ਮੌਜੂਦਾ ਸਿਆਸਤ ਜਿਹੜੀ ਜ਼ਿੰਮੇਵਾਰ ਆ, ਉਹ ਆਪਾਂ ਸਾਰੇ ਜਾਣਦੇ ਹਾਂ। ਹਾਂਜੀ, ਜਿਸ ਤਰ੍ਹਾਂ ਦੇਖਦੇ ਹਾਂ ਆਪਾਂ ਕਿ ਰੁਜ਼ਗਾਰ ਪੱਖੋਂ ਪੰਜਾਬ ਬਹੁਤ ਪਛੜ ਗਿਆ, ਜਿਸ ਕਰਕੇ ਇੰਨਾ ਸਾਡਾ ਜਿਹੜਾ ਨੌਜਵਾਨ ਆ ਪ੍ਰਵਾਸ ਕਰ ਗਿਆ। ਜੇ ਇੱਥੇ ਹੀ ਸਾਡੇ ਲੋਕਾਂ ਦੇ ਰੁਜ਼ਗਾਰ ਪੈਦਾ ਕਰਦੀਆਂ ਮੌਕੇ ਦੀਆਂ ਗੌਰਮੈਂਟਾਂ, ਤਾਂ ਸ਼ਾਇਦ ਸਾਡੇ ਜਿਹੜੇ ਬੱਚੇ ਆ, ਬਹੁਤ ਜਿਹੜੇ ਸਾਡੇ ਪੰਜਾਬ ਦੀ ਅਹਿਮ ਜਿਹੜੀ ਕਰੀਮੀ ਲੇਅਰ ਆ, ਉਹ ਵਿਦੇਸ਼ਾਂ 'ਚ ਨਾ ਜਾਂਦੀ ਜੀ। ਇਸੇ ਤਰ੍ਹਾਂ ਆਪਾਂ ਹੋਰ ਦੇਖ ਲੈਂਦੇ ਹਾਂ, ਵਿੱਦਿਆ ਦਾ ਖੇਤਰ ਦੇਖ ਲਓ, ਸਿਹਤ ਖੇਤਰ ਦੇਖ ਲਓ, ਹਾਂਜੀ, ਜਾਂ ਹੋਰ ਵੀ ਜਿਹੜੇ ਮਰਜ਼ੀ ਖੇਤਰ ਦੀ ਗੱਲ ਕਰ ਲਓ, ਅਸੀਂ ਪਿੱਛੇ ਗਏ ਹਾਂ। ਹਾਂਜੀ, ਇਹਦੇ ਲਈ ਜ਼ਿੰਮੇਵਾਰ ਜਿਹੜੀਆਂ ਮੌਕੇ ਦੀਆਂ ਜਿਹੜੀਆਂ ਸਰਕਾਰਾਂ ਰਾਜ ਕਰਦੀਆਂ, ਉਹ ਵੀ ਪਾਰਟੀਆਂ, ਵਿਰੋਧੀ ਪਾਰਟੀਆਂ ਵੀ ਜਿਹੜੀਆਂ ਜ਼ਿੰਮੇਵਾਰ ਆ ਜੀ। ਇਹ ਹੁਣ ਜਿਹੜਾ ਇਹ ਅਪੀਲ ਆ, ਅਗਰ ਪਿੰਡਾਂ ਦੇ ਵਿੱਚ ਵਾਕਈ ਜਿਹੜੀਆਂ ਸੁਰਹਿਤ ਅਤੇ ਸੂਝਵਾਨ ਨੌਜਵਾਨ ਜਿਹੜੇ ਆ, ਹਾਂਜੀ, ਉਹਨਾਂ ਦੀਆਂ ਕਮੇਟੀਆਂ ਬਣ ਜਾਂਦੀਆਂ ਆ, ਤਾਂ ਉਹ ਆਪਣੀ ਵਧੀਆ ਜ਼ਿੰਮੇਵਾਰੀ ਨਿਭਾਉਂਦੀ ਆ ਕਮੇਟੀਆਂ। ਕਿਉਂਕਿ ਲੰਘੇ ਜਿਹੜੇ 5-7 ਮਹੀਨਿਆਂ ਤੋਂ ਆਪਾਂ ਦੇਖਦੇ ਹਾਂ ਬਈ ਲੋਕ ਬਹੁਤ ਨੌਜਵਾਨ ਖਾਸ ਕਰਕੇ ਬਹੁਤ ਜਾਗਰੂਕ ਹੋਏ ਆ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਕੇ ਜੀ। ਅਗਰ ਇਹੋ ਜਿਹੀਆਂ ਕਮੇਟੀਆਂ ਬਣਦੀਆਂ ਆ, ਇਹਦੇ ਬਾਰੇ ਤੁਹਾਡੇ ਕੋਲ ਟਿੱਪਣੀ ਲੈਣੀ ਚਾਹਾਂਗੇ ਵੀ ਇਹ ਪਿੰਡਾਂ ਲਈ ਕਿੰਨੀਆਂ ਕਾਰਗਰ ਸਾਬਤ ਹੋਣਗੀਆਂ? ਠੀਕ ਹੈ ਜੀ। ਇਹਦੇ ਨਾਲ ਕੋਈ ਨਵੇਂ ਪਿੰਡਾਂ ਦੇ ਵਿੱਚ ਇਸ਼ੂ ਜਿਸ ਤਰ੍ਹਾਂ ਕੋਈ ਝਗੜੇ ਪੈਦਾ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ? ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਵੀ ਪਿੰਡਾਂ ਵਿੱਚ ਕੋਈ ਵੀ ਇਨਸਾਨ ਜਿਹੜਾ ਆ, ਉਹ ਅਗਾਂਹ ਵਧੂ ਵਿਚਾਰਾਂ ਦਾ ਮੌਜੂਦਾ ਗੌਰਮੈਂਟ ਦੇ ਵਿੱਚ ਜਿਹੜੇ ਨੁਮਾਇੰਦੇ ਉਹਨਾਂ ਨੂੰ ਜਾਂ ਕਿਸੇ ਵੀ ਨੂੰ ਸਵਾਲ ਪੈਦਾ ਕਰਦਾ ਆ, ਤਾਂ ਉਹਨਾਂ ਲੀਡਰਾਂ ਦੇ ਚਹੇਤੇ ਜਿਹੜੇ ਆ ਉਹ ਬਹੁਤ ਦੁਖੀ ਹੁੰਦੇ ਆ ਜਦੋਂ ਕਿਸੇ ਦੇ ਲੀਡਰ ਜਾਣਦਾ ਹੁੰਦਾ ਵੀ ਜਿਹੜਾ ਸਵਾਲ ਕਰਨ ਵਾਲਾ ਵਿਅਕਤੀ ਆ ਉਹ ਸਵਾਲ ਬਿਲਕੁਲ ਸਹੀ ਕਰ ਰਿਹਾ ਜੀ। ਇਹਦੇ ਬਾਰੇ ਤੁਹਾਡੇ ਕੋਲ ਟਿੱਪਣੀ ਲੈਣੀ ਚਾਹਾਂਗੇ ਵੀ ਇਹ ਕਮੇਟੀਆਂ ਜਿਹੜੀਆਂ ਆ ਆਉਣ ਵਾਲੇ ਦਿਨਾਂ 'ਚ ਬਣਨੀਆਂ ਹੋਣੀਆਂ ਸ਼ੁਰੂ ਜਾਂ ਹੋ ਚੁੱਕੀਆਂ ਕਈ ਜਗ੍ਹਾ, ਕਿੱਦਾਂ ਦਾ ਮਾਹੌਲ ਸਿਰਜਣਗੀਆਂ ਇਹ ਕਮੇਟੀਆਂ? ਸਰ ਰਜਿੰਦਰ ਸਿੰਘ ਜੀ, ਕਿਸਾਨ ਅੰਦੋਲਨ ਜਿਹੜਾ ਦਿੱਲੀ ਚੱਲ ਰਿਹਾ, ਉਹਦੇ ਆਗੂਆਂ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਜੀ ਕਿ ਪਿੰਡਾਂ ਵਿੱਚ 21 ਮੈਂਬਰੀ
ਵੱਖ-ਵੱਖ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਲੈ ਕੇ ਉਹ ਬਣਾਈ ਜਾਵੇ, ਤਾਂ ਕਿ ਉਹ ਸਿਆਸੀ ਲੋਕ ਜਿਹੜੇ ਆ ਉਹਨਾਂ ਨੂੰ ਉਹ ਸਵਾਲ ਕਰਨ ਕਿ ਅੱਜ ਤੱਕ ਤੁਸੀਂ ਪੰਜਾਬ ਲਈ ਕੀ ਕੀਤਾ। ਇਹ ਬਹੁਤ ਵਧੀਆ ਵੈਸੇ ਤਾਂ ਉਹਨਾਂ ਦਾ ਜਿਹੜਾ ਉਪਰਾਲਾ ਆ ਜੀ। ਤੋ ਇਹਦੇ ਨਾਲ ਜਿਹੜਾ ਹੈ ਲੋਕਾਂ ਵਿੱਚ ਜਾਗਰਤੀ ਵੀ ਆਏਗੀ ਜੀ, ਜਦੋਂ ਅਸੀਂ ਕੋਈ ਚਿੰਤਨ ਕਰਾਂਗੇ ਬੈਠ ਕੇ। ਪਰ ਇਹਦੇ ਨਾਲ ਮੈਂ ਇੱਕ ਆਪਣੀ ਰਾਏ ਇਹ ਮੇਰੀ ਹੈ ਜੀ ਕਿ ਵੀ ਜਿਹੜੀਆਂ ਸਾਡੀਆਂ 21 ਮੈਂਬਰੀ ਕਮੇਟੀਆਂ ਜੀ, ਉਹ ਇਹ ਦੇਖਣਾ ਹੋਏਗਾ ਕਿ ਅਸੀਂ ਸੱਚੀ ਵੱਖ-ਵੱਖ ਪਾਰਟੀਆਂ ਚੋਂ ਲੈਂਦੇ ਹਾਂ ਜੀ। ਕਿਤੇ ਐਸਾ ਨਾ ਹੋਵੇ ਜੀ ਕਿ ਅਸੀਂ ਇਸ ਗੱਲ ਨੂੰ ਲੈ ਕੇ ਪਿੰਡਾਂ 'ਚ ਗਰੁੱਪਬੰਦੀ ਧੜੇਬੰਦੀ ਜਿਹੜੀ ਆ ਉਹ ਪੈਦਾ ਕਰ ਲਈਏ ਜੀ, ਜਿਹਦਾ ਕਿਸਾਨ ਅੰਦੋਲਨ ਨੂੰ ਫਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋ ਜਾਏ। ਤੋ ਇਸ ਕਰਕੇ ਇਹ ਅਤੀ ਜ਼ਰੂਰੀ ਹੈ ਕਿ ਬੜੀ ਸਹਦਰਤਾ ਨਾਲ, ਬੜੀ ਇਮਾਨਦਾਰੀ ਨਾਲ ਜਿਹੜਾ ਇਹ 21 ਮੈਂਬਰੀ ਕਮੇਟੀਆਂ ਬਣਾਈਆਂ ਜਾਣ ਜੀ, ਔਰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਲੋਕ ਉਹਦੇ 'ਚ ਇਸ ਨੌਲੇਜ ਮਤਲਬ ਕਿਸਾਨ ਅੰਦੋਲਨ ਪ੍ਰਤੀ ਨੌਲੇਜ ਰੱਖਣ ਵਾਲੇ ਲੋਕ ਹੈ ਜੀ, ਉਹਨਾਂ ਦਾ ਜਿਹੜਾ ਇਹਦੇ ਵਿੱਚ ਨੁਮਾਇੰਦਗੀ ਬਹੁਤ ਅਤੀ ਜ਼ਰੂਰੀ ਆ ਜੀ। ਕਿਉਂਕਿ ਇਹ ਗੱਲ ਮੈਨੇ ਨਹੀਂ ਰੱਖਦੀ ਬਈ ਜਿਹੜੇ ਉਹ ਮੈਂਬਰ ਹੈ ਜੀ, ਉਹ ਅਸੀਂ ਇੱਕ ਧੜੇ ਦੇ ਇੱਕ ਗਰੁੱਪ ਦੇ ਪੈਦਾ ਜਿਹੜੇ ਉਹ ਇਕੱਠੇ ਕਰ ਲਈਏ ਤਾਂ ਨੌਲੇਜ ਜਿਹੜੀ ਹੈ ਉਹਨਾਂ ਚੋਂ ਦੋ ਚੋਂ ਨੂੰ ਹੋਵੇ ਜੀ, ਤਾਂ ਉਹਦਾ ਉਲਟਾ ਜਿਹੜਾ ਉਹ ਨੁਕਸਾਨ ਹੋ ਸਕਦਾ ਅੰਦੋਲਨ ਨੂੰ। ਠੀਕ ਆ। ਸੋ ਇਸ ਕਰਕੇ ਦੂਜਾ ਜਿਹੜੀ ਰਹੀ ਗੱਲ ਕਿ ਉਹਨਾਂ ਨੇ ਦੂਜੀਆਂ ਪਾਰਟੀਆਂ, ਸਿਆਸੀ ਪਾਰਟੀਆਂ ਨੇ ਪੰਜਾਬ ਲਈ ਕੀ ਕੀਤਾ ਹੈ ਜੀ, ਵੈਸੇ ਤਾਂ ਉਹ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਕਿ ਜਿਹੜੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਹੁਣ ਤੱਕ ਆਪਣੀ ਅਗਰ ਜ਼ਿੰਮੇਵਾਰੀ ਨਿਭਾਈ ਹੁੰਦੀ ਜੀ, ਚਾਹੇ ਉਹ ਸਿੱਖਿਆ ਦਾ ਖੇਤਰ ਹੈ ਜੀ, ਚਾਹੇ ਉਹ ਸਿਹਤ ਸੇਵਾਵਾਂ ਹੈ, ਚਾਹੇ ਉਹ ਰੁਜ਼ਗਾਰ ਦੀ ਗੱਲ ਹੈ ਜੀ, ਉਹ ਬਿਲਕੁਲ ਜਿਹੜਾ ਉਹ ਇਹਦੇ 'ਚ ਪਛੜੀਆਂ ਇੱਦਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਬਣਦੀ ਸੀ ਉਹ ਨਹੀਂ ਨਿਭਾਈ ਜੀ। ਅਗਰ ਨਿਭਾਈ ਹੁੰਦੀ ਤਾਂ ਸਾਡਾ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੈ, ਭੈਣਾਂ ਆ ਜਾਂ ਵੀਰ ਹੈ ਜੀ, ਉਹ ਵਿਦੇਸ਼ਾਂ ਨੂੰ ਜਿਹੜਾ ਉਹ ਜਾਣ ਲਈ ਉਹਨਾਂ ਦੀ ਕਿਉਂ ਇੰਨੀ ਤਾਂਘ ਹੈ ਉਹਨਾਂ ਨੂੰ ਜੀ, ਕਿਉਂਕਿ ਉਹ ਮਜਬੂਰੀ ਬਸ ਜਾਣਾ ਪੈ ਰਿਹਾ। ਇੱਥੇ ਕੋਈ ਇਹ ਠੀਕ ਹੈ ਕਿ ਬਈ ਕੋਈ ਵੀ ਪਰਿਵਾਰ ਹੈ ਉਹ ਬੱਚੇ ਨੂੰ ਮਿਹਨਤ ਕਰਕੇ ਜਿੱਦਾਂ ਵੀ ਹੈ ਉਹ ਪੜ੍ਹਾ ਦਿੰਦਾ ਜੀ, ਪਰ ਅੱਗੇ ਕੋਈ ਸਰਕਾਰਾਂ ਦੀ ਪਲੈਨਿੰਗ ਨਹੀਂ ਹੈ, ਰੁਜ਼ਗਾਰ ਦੀ ਕੋਈ ਨਜ਼ਰ ਹੀ ਨਹੀਂ ਆ ਰਿਹਾ, ਜਿਹਦੇ ਨਾਲ ਯੂਥ ਜਿਹੜਾ ਹੈ ਉਹ ਨਿਰਾਸ਼ ਹੋ ਕੇ ਜਾਂ ਤਾਂ ਨਸ਼ਿਆਂ ਵੱਲ ਨੂੰ ਜਾਂਦਾ ਜਾਂ ਗੈਂਗਸਟਰ ਵੱਲ ਨੂੰ ਜਾਂਦਾ ਜੀ। ਤੋ ਉਹਦਾ ਜਿਹੜੇ ਮਾਪਿਆਂ ਨੇ ਉਹਨਾਂ ਨੂੰ ਇੰਨੇ ਪੈਸੇ ਲਾ ਕੇ ਇੰਨੇ ਸਾਲ ਪੜ੍ਹਾਇਆ, ਉਸ ਤੋਂ ਬਾਅਦ ਜਦੋਂ ਉਹ ਜਿਹੜਾ ਯੂਥ ਹੈ ਉਹ ਕਿਸੇ ਹੋਰ ਪਾਸੇ ਮੋੜ ਲੈ ਲੈਂਦਾ ਤਾਂ ਉਹਦਾ ਜਿਹੜਾ ਮਾਹੌਲ ਪਰਿਵਾਰ 'ਚ ਵੀ ਖਰਾਬ ਹੁੰਦਾ ਹੈ, ਔਰ ਜਿਹੜਾ ਬੁੱਢਾ ਮਾਂ ਬਾਪ ਹੈ ਉਹਦੀ ਜਿਹੜੀ ਜ਼ਿੰਦਗੀ ਇੱਕ ਤਰ੍ਹਾਂ ਨਾਲ ਨਰਕ ਬਣ ਜਾਂਦੀ ਆ। ਸੋ ਇਸ ਕਰਕੇ ਜਿਹੜੀਆਂ ਪਿੱਛੇ ਮੈਂ ਪੜ੍ਹ ਰਿਹਾ ਸੀ ਜੀ ਕਿ ਵੀ ਬੰਗਲਾਦੇਸ਼ ਨੂੰ ਆਜ਼ਾਦ ਹੋਏ ਨੂੰ 50 ਸਾਲ ਹੋਏ ਆ ਜੀ, ਤਾਂ ਸਾਨੂੰ 70 ਸਾਲ ਤੋਂ ਵੱਧ ਹੋ ਗਿਆ, ਪਰ ਬੰਗਲਾਦੇਸ਼ ਦੀ ਜਿਹੜੀ ਇਕਨੋਮੀ ਆ ਉਹ ਸਾਡੇ ਨਾਲੋਂ ਅੱਪ ਹੈ ਜੀ। ਇਹ ਸਾਡੇ ਲਈ ਵਿਚਾਰਨ ਦੀ ਗੱਲ ਹੈ। ਸੋ ਇਸ ਕਰਕੇ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਵੀ ਜਿਹਨੂੰ ਵੀ ਲੋਕ ਜਿਹੜੇ ਆ ਉਹ ਆਪਣਾ ਮਤ ਦਿੰਦੇ ਆ ਉਹ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਆ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਮਾਹੌਲ ਜਿਹੜਾ ਉਹ ਪੰਜਾਬ ਦਾ ਬਹੁਤ ਖਰਾਬ ਹੋ ਸਕਦਾ। ਜਿਸ ਤਰ੍ਹਾਂ ਦੇ ਨਾਲ ਜੁੜਵਾ ਇੱਕ ਇਹ ਵੀ ਸਵਾਲ ਪੈਦਾ ਹੋਇਆ ਹੈ ਕਿ ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਧੜੇ ਆ ਇੱਥੋਂ ਕਿਸਾਨਾਂ ਨੂੰ ਮੰਨ ਲਓ ਉੱਥੇ ਤੱਕ ਲੈ ਕੇ ਜਾਣ ਦੀ ਗੱਲ ਕਰਦੇ ਆ ਜਾਂ ਰੋਸ ਮਾਰਚ ਚੱਲਦੇ ਆ, ਉਹਨਾਂ ਦੇ ਵਿੱਚ ਦੇਖਿਆ ਗਿਆ ਆ ਕਿ ਹਰ ਜਿਹੜਾ ਆ ਭਾਵੇਂ ਕਿਸਾਨ ਅੰਦੋਲਨ ਨਾਲ ਜੁੜਿਆ ਆ, ਪਰ ਕਿਤੇ ਨਾ ਕਿਤੇ ਉਹ ਆਪਣੀ ਪਾਰਟੀ ਨੂੰ ਮੰਨ ਲਓ ਜ਼ਿਆਦਾ ਅੱਗੇ ਲਿਜਾਣ 'ਚ ਜਾਂ ਆਪਣੇ ਧੜੇ ਨੂੰ ਵਧਾਉਣ ਦੇ ਵਿੱਚ ਲੱਗੇ ਹੋਏ ਆ ਜੀ, ਤਾਂ ਇੱਕ ਦੂਜੇ ਨਾਲ ਜਿਹੜਾ ਬਖਰੇਵੇਂ ਕਰਦੇ ਨਜ਼ਰ ਆਉਂਦੇ ਆ ਸਾਫ਼ ਜੀ। ਇਹਦੇ ਬਾਰੇ ਸੰਖੇਪ ਜਿਹਾ ਦੱਸਿਓ ਵੀ ਇਹ ਤੁਹਾਨੂੰ ਠੀਕ ਲੱਗਦੀਆਂ ਇੱਦਾਂ ਦੀਆਂ ਗੱਲਾਂ? ਇਹ ਗੱਲ ਜਿਹੜੀ ਹੈ ਕਿਸੇ ਹੱਦ ਤੱਕ ਦੇਖਣ ਵਿੱਚ ਆਈ ਹੈ ਜੀ, ਕਿਉਂਕਿ ਅਕਸਰ ਹੈ ਕਿ ਹਰ ਪਾਰਟੀ ਦੀ ਆਪਣੀ ਵਿਚਾਰਧਾਰਾ ਆ ਜੀ, ਪਰ ਜਿਹੜਾ ਕਿਸਾਨ ਅੰਦੋਲਨ ਹੈ, ਜਨ ਅੰਦੋਲਨ ਹੈ, ਇਹ ਜਿਹੜਾ ਵੀ ਬੰਦਾ ਰੋਟੀ ਖਾਂਦਾ ਉਹਦੇ ਲਈ ਇਹ ਜਿਹੜਾ ਬਹੁਤ ਜ਼ਰੂਰੀ ਅੰਦੋਲਨ ਜਿਹੜਾ ਜਿੱਤਣਾ, ਕਾਲੇ ਕਾਨੂੰਨ ਵਾਪਸ ਕਰਾਉਣੇ ਬਹੁਤ ਜ਼ਰੂਰੀ ਆ ਜੀ। ਸੋ ਇਸ ਕਰਕੇ ਇਹ ਮਤਲਬ ਜਿਹੜਾ ਉਹ ਮੈਂ ਬਿਲਗੇ ਵਰਗੇ ਨਗਰ 'ਚ ਜੀ
ਅਕਸਰ ਦੇਖਿਆ ਜੀ ਕਿ ਬਈ ਜਿੱਦਾਂ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਪਾਰਟੀਆਂ ਨੂੰ ਤੁਰਨਾ ਚਾਹੀਦਾ ਸੀ ਜੀ, ਉਹ ਮੇਰਾ ਖਿਆਲ ਇਹ ਹੈ ਕਿ ਬਈ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਰੋਸ ਮਾਰਚ ਕਿਸਾਨਾਂ ਦੇ ਹੱਕ ਵਿੱਚ ਕੀਤਾ ਗਿਆ ਜੀ, ਉਸ ਦਿਨ ਲਗਭਗ ਸਾਰੀਆਂ ਹੀ ਪਾਰਟੀਆਂ ਦੀ ਸ਼ਮੂਲੀਅਤ ਸੀ ਔਰ ਸਾਰੇ ਭਾਈਚਾਰਿਆਂ ਦੀ ਸ਼ਮੂਲੀਅਤ ਸੀ ਔਰ ਬਹੁਤ ਵੱਡਾ ਜਿਹੜਾ ਉਹ ਉਸ ਦਿਨ ਰੋਸ ਮਾਰਚ ਸੀ ਜੀ। ਪਰ ਉਸ ਤੋਂ ਅੱਗੋਂ ਜਾਂ ਪਿੱਛੋਂ ਜਿਹੜਾ ਮੈਨੂੰ ਕੁਛ ਨਾ ਕੁਛ ਬਖਰੇਵਾ ਜਿਹੜਾ ਉਹ ਨਜ਼ਰ ਜ਼ਰੂਰ ਆਇਆ। ਸੋ ਇਸ ਕਰਕੇ ਚਾਹੀਦਾ ਇਹ ਹੈ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡਾ ਨਿਸ਼ਾਨਾ ਜਿਹੜਾ ਉਹ ਕਿਸਾਨ ਅੰਦੋਲਨ ਦੀ ਜਿੱਤ ਦਾ ਹੋਣਾ ਚਾਹੀਦਾ, ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦਾ ਹੋਣਾ ਚਾਹੀਦਾ। ਸੁਰਿੰਦਰ ਜੀ ਨੇ ਜਿਸ ਤਰ੍ਹਾਂ ਇਹ ਮਿਸਾਲ ਦਿੱਤੀ ਹੈ ਬਿਰਗੇ ਦੀ, ਇਹ ਤੋਂ ਇਹ ਅਸੀਂ ਮਹਿਸੂਸ ਕਰਦੇ ਹਾਂ ਵੀ ਜਿਹੜੀਆਂ 21 ਮੈਂਬਰੀ ਕਮੇਟੀਆਂ ਨੌਜਵਾਨਾਂ ਦੀਆਂ ਬਣਨ ਦੀ ਗੱਲ ਆ, ਬਹੁਤ ਵਧੀਆ ਉਦਮ ਆ। ਪਰ ਜਿਸ ਤਰ੍ਹਾਂ ਪਹਿਲਾਂ ਹੀ ਅੰਦੋਲਨ ਨੂੰ ਲੈ ਕੇ ਧੜੇ ਜਿਹੜੇ ਆ ਉਹ ਜਿਸ ਤਰ੍ਹਾਂ ਕਰ ਰਹੇ ਆ ਬਖਰੇਵੇਂ, ਇਹ ਕੋਈ ਵਧੀਆ ਜਿਹੜੀ ਆ ਪਾਸੇ ਨੂੰ ਗੱਲ ਨਹੀਂ ਜਾਂਦੀ। ਆਪਾਂ ਅਗਲੇ ਮੁੱਦੇ 'ਤੇ ਗੱਲ ਕਰਦੇ ਹਾਂ। ਬਿਲਗਾ ਜੀ, ਅਗਲਾ ਸਾਡਾ ਮੁੱਦਾ ਆ ਕਿ ਪੰਜਾਬ ਦੇ ਅੰਦਰ ਜਿਹੜੀ ਸਿਆਸਤ ਆ 2022 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਪੂਰੀ ਸਿਖਰਾਂ 'ਤੇ ਚੱਲ ਰਹੀ ਆ ਜੀ। ਇੱਕ ਪਾਸੇ ਕਰੋਨਾ ਦੀ ਜਿਹੜੀ ਲਹਿਰ ਆ, ਦੂਸਰੀ ਉਹ ਸਿਖਰਾਂ 'ਤੇ ਆ ਜੀ। ਇਹ ਵੀ ਗੱਲ ਸੱਚ ਆ ਵੀ ਜਿਨ੍ਹਾਂ ਦੇ ਮੈਂਬਰ ਕਰੋਨਾ ਕਾਰਨ ਵਿਛੜ ਗਏ ਆ, ਬੜੀ ਬਹੁਤ ਦੁੱਖ ਦੀ ਗੱਲ ਆ। ਦੂਸਰੇ ਪਾਸੇ ਸਿਆਸੀ ਪਾਰਟੀਆਂ ਨੂੰ ਆਪਣੀ ਆਉਣ ਵਾਲੀ ਸਰਕਾਰ ਬਣਾਉਣ ਦੀ ਪਈ ਆ ਜੀ। ਇੱਕ ਪਾਸੇ ਇਹ ਵੀ ਸੱਚ ਆ ਕਿ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਆ ਬਹੁਤ ਵੱਡੀ ਗਿਣਤੀ 'ਚ ਦਿੱਲੀ 'ਚੋਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਉੱਥੇ ਸੜਕਾਂ 'ਤੇ ਬੈਠਾ ਜੀ। ਇਸ ਸਾਰੇ ਕੁਝ ਦੇ ਬਾਵਜੂਦ ਇਹਨਾਂ ਨੂੰ ਸਿਆਸੀ ਲੋਕਾਂ ਨੂੰ ਇਹਦੀ ਵਿਚਾਰ ਕਰਨੀ ਚਾਹੀਦੀ ਸੀ, ਜਿਹਨੂੰ ਦੇਖ ਕੇ ਲੱਗਦਾ ਆ ਵੀ ਇਹ ਚਾਹੁੰਦੇ ਆ ਵੀ ਇਹ ਜਿਹੜਾ ਕਿਸਾਨ ਅੰਦੋਲਨ ਆ ਇਹ ਜਲਦ ਤੋਂ ਜਲਦ ਖਤਮ ਹੋ ਜਾਣਾ ਚਾਹੀਦਾ ਸੀ ਜੀ, ਕਿਉਂਕਿ ਇਹਨੇ ਲੋਕਾਂ ਨੂੰ ਜਾਗਰੂਕ ਬਹੁਤ ਕਰ ਦਿੱਤਾ। ਪਰ ਇਹ ਸਭ ਕੁਝ ਨੂੰ ਦੇਖਦੇ ਆ ਜਿਹੜੇ ਸਿਆਸੀ ਲੋਕ ਆ ਉਹ ਨਿੱਤ ਦਿਨ ਰੈਲੀਆਂ ਕਰਦੇ ਆ ਔਰ ਵੱਡੇ ਵੱਡੇ ਇਕੱਠ ਕਰਕੇ ਆਪਣਾ ਜਿਹੜਾ ਆ ਉਹ ਦਾਰੋ ਮਾਰ ਦਿਖਾਉਂਦੇ ਆ। ਜਿਹੜਾ ਕਿਸਾਨ ਅੰਦੋਲਨ ਦੇ ਅਸੀਂ ਮਹਿਸੂਸ ਕਰਦੇ ਹਾਂ ਵੀ ਵਿਰੋਧ ਵਿੱਚ ਜਾਂਦਾ। ਚਾਹੀਦਾ ਤਾਂ ਇਹ ਸੀ ਵੀ ਇਹਨਾਂ ਸਿਆਸੀ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ 'ਚ ਜਿਹੜਾ ਉੱਥੇ ਜੁਟਣਾ ਚਾਹੀਦਾ ਸੀ, ਪਰ ਅਜਿਹਾ ਕੁਛ ਨਜ਼ਰ ਨਹੀਂ ਆਉਂਦਾ। ਜਦੋਂ ਕਿ ਹਰ ਵਾਰ ਇਹ ਜਿਹੜੇ ਸਿਆਸੀ ਲੋਕ ਆ, ਜਦੋਂ ਵੀ ਸਟੇਟ ਦੀ ਜਿਹੜੀ ਇਲੈਕਸ਼ਨ ਆਉਂਦੀ ਆ ਉਸ ਵੇਲੇ ਲੋਕਾਂ ਦੇ ਜਿਹੜੇ ਮੁੱਦੇ ਆ ਜੀ ਉਹ ਤਾਂ ਇਹਨਾਂ ਚੋਣਾਂ ਵਿੱਚ ਗਵਾਚ ਹੀ ਜਾਂਦੇ ਆ, ਹੋਰੇ ਪਾਸੇ ਨੂੰ ਗੱਲ ਲੈ ਜਾਂਦੇ ਆ, ਜਿਹੜੀ ਲੋਕਾਂ ਦੇ ਮਸਲਿਆਂ ਨਾਲ ਮੇਲ ਨਹੀਂ ਖਾਂਦੀ ਹੁੰਦੀ। ਹਮੇਸ਼ਾ ਹੀ ਲੋਕਾਂ ਦੇ ਮੁੱਦੇ ਜਿਹੜੇ ਗਵਾਚੇ ਆ ਜੀ। ਇਹਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹੁੰਦੇ ਆ ਵੀ ਇਹ ਕੀ ਜਿਹੜਾ ਹੁਣ ਜਿਹੜਾ ਇਹ ਸਿਆਸਤ ਨੇ ਜਿਹੜਾ ਆ ਬੜੇ ਬੜੇ ਇਕੱਠ ਜਾਂ 2022 ਦੀ ਜਿਹੜੀ ਕੈਪਟਨ ਨੇ ਵੀ ਤਿਆਰੀ ਸ਼ੁਰੂ ਕਰਤੀ ਆ, ਪ੍ਰਸ਼ਾਂਤ ਕਿਸ਼ੋਰ ਨੂੰ ਆਪਾਂ ਜਾਣਦੇ ਹੀ ਆ ਬਈ ਲਿਆ ਕੇ ਬਹਾਲਤਾ ਜੀ। ਉਹ ਬੰਦਾ ਜਿਹੜਾ ਆ ਉਹ ਪਿਛਲੀ ਵਾਰੀ ਵੀ ਜਿਹੜੀਆਂ ਲੋਕਾਂ ਦੀਆਂ ਮੇਨ ਲੋੜਾਂ ਸੀ ਉਹ ਇਹ ਜਿਹੜੀ ਗੱਲ ਤੁਹਾਡੀ ਸਹੀ ਹੈ ਵੀ ਕਿਸਾਨ ਅੰਦੋਲਨ ਜਿਹੜਾ ਹੈ ਉਹਦੇ ਤੇ ਪਹਿਲਾਂ ਦੇਸ਼ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਦਾ ਧਿਆਨ ਕੇਂਦਰਿਤ ਉਹਨਾਂ ਨੂੰ ਕਰਨਾ ਚਾਹੀਦਾ ਸੀ ਜੀ ਕਿ ਬਈ ਇਹ ਜਿਹੜਾ ਕਾਲੇ ਕਾਨੂੰਨ ਵਾਪਸ ਕਰਾ ਕੇ ਤਾਂ ਇਹਦੇ ਨਾਲ ਹੀ ਜਿਹੜਾ ਲੇਬਰ ਦੇ ਖਿਲਾਫ 8 ਘੰਟੇ ਤੋਂ 12 ਘੰਟੇ ਦੀ ਦਿਹਾੜੀ ਦਾ ਜਿਹੜਾ ਜੀ ਮੁੱਦਾ ਲਿਆਂਦਾ ਜਾਂ ਜਿਹੜਾ ਯੂਨੀਅਨ ਖਤਮ ਕਰਨ ਦਾ ਜਿਹੜਾ ਮੁੱਦਾ ਲਿਆਂਦਾ ਜੀ, ਇਹ ਬਹੁਤ ਹੀ ਖਤਰਨਾਕ ਕਾਨੂੰਨ ਜਿਹੜੇ ਉਹ ਲਿਆਂਦੇ ਆ ਭਾਰਤੀ ਜਨਤਾ ਪਾਰਟੀ ਨੇ ਜੀ। ਧਿਆਨ ਇੱਧਰ ਕੇਂਦਰਿਤ ਹੋਣਾ ਚਾਹੀਦਾ ਸੀ। ਪੰਜਾਬ ਦੀਆਂ ਜਿਹੜੀਆਂ ਗੱਲ ਸਰਕਾਰਾਂ ਦੀ ਆ ਜੀ, ਉਹ ਤਾਂ ਤੁਸੀਂ ਵਧੀਆ ਕੰਮ ਲੋਕਾਂ ਲਈ ਜਦ ਕੋਈ ਕਰੂਗਾ ਜੀ ਤਾਂ ਲੋਕ ਜਿਹੜੇ ਆ ਉਹਨੂੰ ਆਪਣਾ ਮਤ ਦੇਣਗੇ ਜੀ। ਸੋ ਇਸ ਕਰਕੇ ਇਹ ਇੱਕ ਨਮੋਸ਼ੀ ਭਰਿਆ ਕਦਮ ਹੈ ਜੀ, ਜਿਹੜਾ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਉਹਨਾਂ ਨੂੰ ਇਹਦੇ ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਸੀ। ਰਹੀ ਗੱਲ ਕਰੋਨਾ ਦੀ ਜੀ ਕਿ ਵੀ ਇਹ ਠੀਕ ਹੈ ਵੀ ਇhtiyat ਜਿਹੜਾ ਉਹ ਜ਼ਰੂਰ ਵਰਤਣਾ ਚਾਹੀਦਾ ਹੈ, ਕਿਉਂਕਿ ਜਿਹਦੇ ਘਰੇ ਭਾਣਾ ਵਾਪਰ ਗਿਆ ਪੁੱਛ ਕੇ ਉਹਨੂੰ ਦੇਖਿਆ ਜਾਣੀਏ ਜੀ ਕਿ ਵੀ ਕਿੱਦਾਂ ਦੇ ਹਾਲਾਤ ਬਣਦੇ ਆ। ਸੋ ਇਸ ਕਰਕੇ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਆ ਇਹ ਬਿਲਕੁਲ ਨਲਾਇਕੀ ਆ ਜੀ, ਤਾਂ ਉਹਨਾਂ ਨੂੰ ਚਾਹੀਦਾ ਸੀ ਵੀ ਇੱਥੇ ਆਪਣਾ ਫਰਜ਼ ਅਦਾ ਕਰਦੇ। ਇੱਕ ਸਾਡੇ ਤੱਕ ਖਬਰ ਪੁੱਜੀ ਆ ਜੀ ਕਿ ਕੱਲ ਜੈਪੁਰ ਦੇ ਵਿੱਚ ਸ਼੍ਰੀ ਰਵੀ ਸ਼ੰਕਰ ਜੀ ਨੇ
ਇੱਕ ਸਮਾਗਮ ਦੇ ਵਿੱਚ ਇਹ ਬਿਆਨ ਦਿੱਤਾ ਜੀ ਕਿ ਜਿਹੜੇ ਇਹਨਾਂ ਸਰਕਾਰੀ ਸਕੂਲ ਆ ਦੇਸ਼ ਦੇ ਵਿੱਚ ਜੀ ਉਹਦੇ ਵਿੱਚ ਜਿਹੜੇ ਵਿਦਿਆਰਥੀ ਆ ਉਹਨਾਂ ਵਿੱਚ ਜ਼ਿਆਦਾ ਨਕਸਲਵਾੜੀ ਜਿਹੜੇ ਆ ਉਹ ਪੈਦਾ ਹੁੰਦੇ ਆ ਜੀ। ਉਹਨਾਂ ਦਾ ਕਹਿਣ ਆ ਵੀ ਇਹ ਜਿਹੜੇ ਸਕੂਲ ਆ ਸਰਕਾਰੀ ਇਹ ਬੰਦ ਕਰਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦੇਣੇ ਚਾਹੀਦੇ ਆ, ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਕਦੇ ਵੀ ਨਕਸਲਵਾੜੀ ਜਿਹੜਾ ਆ ਉਹ ਨਹੀਂ ਪੈਦਾ ਹੁੰਦਾ ਜੀ। ਜਦੋਂ ਤੋਂ ਖਾਸ ਕਰਕੇ 2014 ਤੋਂ ਇਹ ਸਰਕਾਰ ਆਈ ਆ ਬੀਜੇਪੀ ਦੀ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਦੇ ਨੁਮਾਇੰਦੇ ਜਾਂ ਧਾਰਮਿਕ ਆਗੂ ਉਹ ਅਜਿਹੇ ਬਿਆਨ ਦਿੰਦੇ ਆ ਜਿਹੜੇ ਦੇਸ਼ ਦੇ ਹਿੱਤ ਵਿੱਚ ਨਜ਼ਰ ਨਹੀਂ ਆਉਂਦੇ। ਦੇਸ਼ ਦੇ ਵਿੱਚ ਜਿਹੜੇ ਇਹ ਅਜਿਹੇ ਬਿਆਨ ਆ ਉਹਨਾਂ ਨੇ ਤੜਥੱਲੀ ਮਚਾਈ ਆ। ਬੜੀ ਮੰਨ ਲਓ ਇਹ ਜਿਹੜੀ ਦੁੱਖ ਵਾਲੀ ਗੱਲ ਆ। ਚਾਹੀਦਾ ਤਾਂ ਇਹ ਸੀ ਵੀ ਦੇਸ਼ ਨੂੰ ਜੋੜਨ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ ਜੀ, ਪਰ ਇਹ ਜਿਹੜੀ ਸਰਕਾਰ ਆ ਇੱਕ ਤੇ ਇੱਕ ਜਿਹੜੇ ਇਹਨਾਂ ਸਰਕਾਰੀ ਮਹਿਕਮੇ ਆ ਉਹ ਪ੍ਰਾਈਵੇਟ ਹੱਥਾਂ ਵਿੱਚ ਦੇਈ ਜਾ ਰਹੀ ਆ ਜੀ। ਇਹ ਸ਼੍ਰੀ ਰਵੀ ਸ਼ੰਕਰ ਦਾ ਜਿਹੜਾ ਇਹ ਬਿਆਨ ਆ ਇਹ ਇਸ਼ਾਰਾ ਕਰਦਾ ਜੀ ਵੀ ਜਿਹੜੇ ਸਰਕਾਰੀ ਸਕੂਲ ਆ ਵੀ ਇਹ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੇ ਜਾਣ ਜੀ। ਇਹਨੂੰ ਇਹ 'ਤੇ ਤੁਹਾਡੀ ਟਿੱਪਣੀ ਦੇਣੀ ਚਾਹਾਂਗੇ ਵੀ ਇਹ ਆਉਣ ਵਾਲੇ ਸਮੇਂ ਵਿੱਚ ਇਹਨੂੰ ਕਿੱਦਾਂ ਲੈਣਾ ਚਾਹੀਦਾ ਔਰ ਉਹਨਾਂ ਦਾ ਨਜ਼ਰੀਆ ਕੀ ਆ। ਠੀਕ ਹੈ ਜੀ, ਇਹਦੇ ਬਾਰੇ ਸਾਡੇ ਸਰੋਤਿਆਂ ਦਾ ਸ਼੍ਰੀ ਰਵੀ ਸ਼ੰਕਰ ਜਿਹੜਾ ਹੈ ਉਹ ਹਿੰਦੂ ਸੰਤ ਹੈ ਜੀ। ਦੇਸ਼ ਵਿੱਚ ਜਿਹੜਾ ਉਹ ਮਨੂਵਾਦ ਦੀ ਵਿਚਾਰਧਾਰਾ ਨੂੰ ਫੈਲਾਉਣ ਦਾ ਜਿਹੜਾ ਉਹ ਕੰਮ ਕਰ ਰਿਹਾ ਜੀ। ਇਹਦਾ ਜਿਹੜਾ ਹੈ ਕਰਨਾਟਕਾ ਦੇ ਵਿੱਚ ਬੰਗਲੌਰ ਦੇ ਵਿੱਚ ਬਹੁਤ ਬੜਾ ਜਿਹੜਾ ਉਹ ਡੇਰਾ ਹੈ ਜੀ, ਬਹੁਤ ਅਮੀਰ ਡੇਰਾ ਆ ਜੀ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਬੜੀ ਕੋਖ ਕਰਨੀ ਮੰਗਦੀਆਂ ਕਿ ਦੇਸ਼ ਅੰਦਰ RSS ਨਾਂ ਦੀ ਜਿਹੜੀ ਜਥੇਬੰਦੀ ਆ ਜੀ, ਉਹਨਾਂ ਨੇ ਜਦੋਂ ਦੇਖਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਗਰੀਬ ਮਿਹਨਤਕਸ਼ ਲੋਕਾਂ ਨੂੰ ਇਸ ਦੇਸ਼ ਵਿੱਚ ਜਾਗਰੂਕ ਕਰਨਾ ਸ਼ੁਰੂ ਕੀਤਾ ਜੀ, ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪੈਰਲਲ ਡਾਕਟਰ ਕੇਸ਼ਵ ਬਲੀ ਹੈਡਗਵਾਰ ਦੀ ਅਗਵਾਈ ਹੇਠ ਜੀ 27 ਸਤੰਬਰ 1925 ਨੂੰ ਇਹ ਜਥੇਬੰਦੀ ਜਿਹੜੀ ਖੜੀ ਕੀਤੀ ਗਈ। ਅੱਛਾ ਜੀ। ਤੋਂ ਅੱਜ 96 ਸਾਲ ਲਗਭਗ ਹੋ ਗਏ ਜੀ ਇਸ ਜਥੇਬੰਦੀ ਨੂੰ ਬਣਿਆ ਜੀ, ਜਿਹਦਾ ਹੈੱਡਕੁਆਟਰ ਨਾਗਪੁਰ ਵਿੱਚ ਹੈ ਜੀ। ਤੋਂ ਅੱਜ ਤੱਕ ਇਹਦੇ 6 ਪ੍ਰਧਾਨ ਜਿਹੜੇ ਆ ਉਹ ਅੱਜ ਤੱਕ 96 ਸਾਲਾਂ ਵਿੱਚ ਬਣੇ ਆ। ਜਿਹੜਾ 6ਵਾਂ ਪ੍ਰਧਾਨ ਹੈ ਉਹ ਇਸ ਵੇਲੇ ਮੋਹਨ ਭਾਗਵਤ ਹੈ ਜੀ। ਤੋਂ ਇਹਨਾਂ ਦੀ ਜਿਹੜੀ ਨਾਗਪੁਰ 'ਚ ਹੈੱਡਕੁਆਟਰ ਹੈ, ਉੱਥੇ ਜਿਹੜਾ ਇਹਨਾਂ ਦੀ ਹਰ ਪਲੈਨਿੰਗ ਜਿਹੜੀ ਉਹ ਹੁੰਦੀ ਹੈ ਜੀ। ਉਹਦੇ ਵਿੱਚ ਇਹ ਪਲੈਨਿੰਗ ਕਰਦੇ ਆ ਕਿ ਇੰਨੇ % ਸਾਡੇ ਮੈਂਬਰਾਂ ਨੇ ਜਿਹੜਾ ਲੋਕਾਂ ਨੇ ਉਹ ਬਿਊਰੋਕ੍ਰੇਸੀ ਵੱਲ ਨੂੰ ਅਫਸਰਸ਼ਾਹੀ ਵੱਲ ਨੂੰ ਜਾਣਾ ਜੀ, ਇੰਨੇ % ਲੋਕਾਂ ਨੇ ਜਿਹੜਾ ਉਹ ਬਿਜ਼ਨਸ ਵੱਲ ਨੂੰ ਜਾਣਾ ਜੀ, ਇੰਨੇ ਜਿਹੜੇ ਲੋਕ ਆ ਉਹ ਜਿਹੜੇ ਉਹ ਪੁਜਾਰੀ ਜਾਂ ਸੰਤ ਵਗੈਰਾ ਜਿਹੜੇ ਆ ਉਹ ਬਣ ਕੇ ਲੋਕਾਂ ਵਿੱਚ ਜਿਹੜਾ RSS ਦੀ ਗੱਲ ਨੂੰ ਮਨੂਵਾਦੀ ਗੱਲ ਨੂੰ ਇਹ ਰੱਖਣਗੇ। ਅੱਛਾ ਜੀ। ਸੋ ਇਸ ਕਰਕੇ ਇਹ ਅਤੀ ਜ਼ਰੂਰੀ ਆ। ਮੈਂ ਬੇਨਤੀ ਕਰਾਂਗਾ ਸਰੋਤਿਆਂ ਨੂੰ ਜੀ ਕਿ ਇਸ ਇਤਿਹਾਸ ਨੂੰ ਖੋਜਣ ਦੀ ਜਿਹੜੀ ਆ ਉਹ ਆਪਾਂ ਜ਼ਰੂਰ ਮਿਹਨਤ ਕਰੀਏ ਜੀ। ਨਾ ਜਿਹੜਾ ਸੁਣਨ ਨੂੰ ਰਾਸ਼ਟਰੀ ਸਵੈਂ ਸੰਘ ਜਿਹੜਾ ਬਹੁਤ ਵਧੀਆ ਲੱਗਦਾ, ਪਰ ਇਸ ਜਥੇਬੰਦੀ ਦੀਆਂ ਇੰਨੀਆਂ ਖਤਰਨਾਕ ਜਿਹੜੀਆਂ ਵਿਚਾਰਧਾਰਾ ਆ ਉਹ ਹਿੰਦੂਵਾਦ ਤੋਂ ਬਿਨਾਂ ਹੋਰ ਕਿਸੇ ਨੂੰ ਇਸ ਦੇਸ਼ ਵਿੱਚ ਜਿਹੜਾ ਉਹ ਪਸੰਦ ਨਹੀਂ ਕਰਦੇ। ਸੋ ਇਸ ਕਰਕੇ ਸ਼੍ਰੀ ਰਵੀ ਸ਼ੰਕਰ ਵੀ ਜਿਹੜਾ ਉਹ RSS ਦੀ ਮਨੂਵਾਦ ਦੀ ਵਿਚਾਰਧਾਰਾ ਨੂੰ ਜਿਹੜਾ ਇਸ ਦੇਸ਼ ਅੰਦਰ ਫੈਲਾ ਰਿਹਾ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਅਸੀਂ ਜਿਹੜਾ ਉਹ ਇਤਿਹਾਸ ਨੂੰ ਪੜ੍ਹਨ ਦੀ ਆਦਤ ਜਿਹੜੀ ਸਾਡੀ ਹਟ ਗਈ ਉਹ ਸਾਡੇ ਲਈ ਬਹੁਤ ਖਤਰਨਾਕ ਹੈ। ਤੋ ਇਸ ਕਰਕੇ ਸਾਨੂੰ ਇਤਿਹਾਸ ਜਿਹੜਾ ਜ਼ਰੂਰ ਪੜ੍ਹਨਾ ਚਾਹੀਦਾ, ਕਿਤਾਬਾਂ ਜਿਹੜੀਆਂ ਸਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ। ਸੋ ਇਸ ਕਰਕੇ ਤਾਂ ਹੀ ਜਿਹੜਾ ਉਹ ਇੱਦਾਂ ਦੀਆਂ ਖਤਰਨਾਕ ਨੀਤੀਆਂ ਤੋਂ ਅਸੀਂ ਬਚ ਸਕਾਂਗੇ, ਕਿਉਂਕਿ ਸਕੂਲਾਂ 'ਚੋਂ ਜਿਹੜੀ ਅੱਜ ਪ੍ਰੀ ਪਲਾਨ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਸਕੂਲ ਉਹਨਾਂ ਨੇ ਬੰਦ ਨਹੀਂ ਕੀਤੇ, ਪਰ ਉਹਨਾਂ ਨੇ ਸਟਾਫ ਨਹੀਂ ਭੇਜਿਆ। ਜਦੋਂ ਸਟਾਫ ਨਹੀਂ ਹੋਏਗਾ ਤਾਂ ਉੱਥੇ ਜਿਹੜੇ ਬੱਚਿਆਂ ਨੂੰ ਕੌਣ ਪੜ੍ਹਾਏਗਾ, ਤਾਂ ਕਿੱਥੇ ਉੱਥੋਂ ਜਿਹੜੀ ਵਿੱਦਿਆ ਬੱਚਿਆਂ ਨੂੰ ਆਏਗੀ। ਇਸੇ ਤਰ੍ਹਾਂ ਹੀ ਸਰਕਾਰੀ ਹਸਪਤਾਲ ਫੇਲ ਕੀਤੇ ਆ ਕਿ ਸਰਕਾਰੀ ਹਸਪਤਾਲਾਂ 'ਚ ਉਹਨਾਂ ਨੇ ਡਾਕਟਰ ਨਹੀਂ ਭੇਜੇ, ਪ੍ਰਾਈਵੇਟ ਜਿਹੜੇ ਆ ਉਹ ਉਹਨਾਂ ਨੂੰ ਪੂਰੀਆਂ ਸਹੂਲਤਾਂ ਦੇ ਰਹੇ ਆ। ਸੋ ਇਹ ਇੱਕ
ਪ੍ਰੀ ਪਲਾਨ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਜਿਹੜਾ ਸਭ ਕੁਝ ਕੀਤਾ ਜਾ ਰਿਹਾ, ਜਿਹੜਾ ਦੇਸ਼ ਦੇ ਮਿਹਨਤਕਸ਼ ਲੋਕਾਂ ਲਈ ਬਹੁਤ ਹੀ ਖਤਰਨਾਕ ਹੈ। ਤੋ ਇਸ ਕਰਕੇ ਮੇਰੇ ਇਹਦੇ ਲਈ ਵਿਚਾਰ ਹੈ ਕਿ ਸਾਡੇ ਲੋਕਾਂ ਨੂੰ ਜਿਹੜਾ ਉਹ ਏਕਾ ਕਰਕੇ ਇੱਦਾਂ ਦੀ ਜਥੇਬੰਦੀ ਦਾ ਜਿਹੜਾ ਉਹ ਜ਼ਰੂਰ ਵਿਰੋਧ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਅਗਲਾ ਮੁੱਦਾ ਹੈ ਸੁਰਿੰਦਰਪਾਲ ਜੀ ਵੀ ਪੰਜਾਬ ਦੇ ਵਿੱਚ ਪਿਛਲੇ ਦਿਨੀ ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ, ਹਾਂਜੀ, ਉਸ ਸੰਬੰਧ ਵਿੱਚ ਪੰਜਾਬ ਦੇ ਅੰਦਰ ਇਹਨਾਂ ਨਗਰ ਕੌਂਸਲਾਂ ਲਈ ਸਰਕਾਰ ਨੇ ਕੁਝ ਜਿਹੜੇ ਸ਼ਹਿਰ ਆ ਉਹ ਲਏ ਆ ਜਿੱਥੇ ਇਸਤਰੀ ਲਈ ਨੋਟੀਫਿਕੇਸ਼ਨ ਕਹਿ ਲਓ ਜਾਂ ਉਹਦੇ ਲਈ ਪੱਤਰ ਜਾਰੀ ਕੀਤਾ ਆ ਜੀ, ਜਿਹਦੇ ਵਿੱਚ ਨੂਰਮਹਿਲ ਜੀ, ਨਇਆ ਗਾਉਂ, ਲੌਂਗੋਵਾਲ ਤੇ ਕੋਟ ਸ਼ਮੀਰ ਜਿਹੜਾ ਇਹ ਨਗਰ ਕੌਂਸਲਾਂ ਜਿਹੜੀਆਂ ਉੱਥੇ ਇਸਤਰੀ ਜਿਹੜੇ ਪ੍ਰਧਾਨ ਜਿਹੜੇ ਚੁਣਨ ਦੀ ਜਿਹੜੀ ਆ ਚਿੱਠੀ ਜਾਰੀ ਕਰ ਦਿੱਤੀ ਆ ਜੀ। ਬਿਲਗੇ ਵਿੱਚ ਵੀ ਜਿਹੜਾ ਆ ਇਹ ਇਸੇ ਤਰ੍ਹਾਂ ਹੋਇਆ ਸੀ ਕਿ ਇੱਥੇ ਇਸਤਰੀ ਖਾਸ ਕਰਕੇ ਰਿਜ਼ਰਵ ਜਿਹੜਾ ਆ ਕੋਟੇ ਦੇ ਸੰਬੰਧ ਵਿੱਚ ਆਪਾਂ ਦੇਖਦੇ ਹਾਂ ਵੀ ਬੀਬੀ ਅਮਰਜੀਤ ਕੌਰ ਦਾ ਜਿਹੜਾ ਆ ਇਹ ਉਹਦਾ ਉਹਨਾਂ ਨੂੰ ਮਿਲਿਆ ਸੀ ਜੀ। ਤਾਂ ਹੁਣ ਆਪਣੇ ਗੁਆਂਢੀ ਜਿਹੜਾ ਨੂਰਮਹਿਲ ਸ਼ਹਿਰ ਆ ਉੱਥੇ ਵੀ ਅੱਜ ਜਿਹੜਾ ਆ ਇਹ ਸਾਡੇ ਧਿਆਨ 'ਚ ਆਇਆ ਵੀ ਇਹ ਚਿੱਠੀ ਜਿਹੜੀ ਸਰਕਾਰ ਨੇ ਜਾਰੀ ਕੀਤੀ ਆ, ਇੱਥੇ ਇਸਤਰੀ ਜਿਹੜੀ ਆ ਉਹ ਪ੍ਰਧਾਨ ਬਣੇਗੀ, ਉਹਦੇ ਵਿੱਚ ਅਨੁਸੂਚਿਤ ਜਾਤੀ ਦੀ ਇਸਤਰੀ ਵੀ ਹੋ ਸਕਦੀ ਆ ਜੀ। ਇਹ ਤੁਹਾਡੇ ਤੋਂ ਟਿੱਪਣੀ ਚਾਹਾਂਗੇ ਕਿ ਸਰਕਾਰ ਦਾ ਜਿਹੜਾ ਫੈਸਲਾ ਆ ਉਹ ਤੁਹਾਨੂੰ ਕਿਹੋ ਜਿਹਾ ਲੱਗਦਾ, ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ। ਸਰ ਜੀ, ਨਗਰ ਕੌਂਸਲ ਜਾਂ ਚੋਣਾਂ ਦੇ ਜਿਹੜਾ ਸੰਬੰਧ ਵਿੱਚ ਜੀ, ਇਹ ਸਾਡੇ ਸੰਵਿਧਾਨ ਦੀ ਵਿਲੱਖਣਤਾ, ਭਾਰਤ ਦੇ ਸੰਵਿਧਾਨ ਦੀ ਜੀ, ਜਿਹਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕੀਤਾ ਹੈ, ਉਸ ਦੀ ਵਿਲੱਖਣਤਾ ਆ ਜੀ ਕਿ ਇਹਦੇ 'ਚ ਜਿਹੜਾ ਵੀ ਬਾਲਗ ਹੈ ਜਿਹਦੀ ਵੋਟ ਬਣੀ ਹੈ, ਜਿਹੜਾ ਜਿੱਤਿਆ ਜੀ, ਉਹਦੇ ਹੱਕ 'ਚ ਫਤਵਾ ਲੋਕਾਂ ਨੇ ਦਿੱਤਾ, ਉਹ ਕੋਈ ਵੀ ਔਰਤ ਔਰ ਮਰਦ, ਅਨੁਸੂਚਿਤ ਜਾਤੀ ਜਾਂ ਦੂਸਰੀ ਸ਼੍ਰੇਣੀ ਦਾ ਜਿਹੜਾ ਕੋਈ ਵੀ ਉਹ ਪ੍ਰਧਾਨ ਬਣ ਸਕਦਾ ਹੈ ਜੀ। ਅਗਰ ਇਹ ਸੰਵਿਧਾਨ ਵਿੱਚ ਕਾਨੂੰਨ ਨਾ ਹੁੰਦਾ ਜੀ ਤਾਂ ਸ਼ਾਇਦ ਜਿਹੜੇ ਮਿਹਨਤਕਸ਼ ਲੋਕ ਜਾਂ ਔਰਤਾਂ ਆ ਉਹਨਾਂ ਦੀ ਵਾਰੀ ਸ਼ਾਇਦ ਬਹੁਤ ਘੱਟ ਆਉਂਦੀ। ਠੀਕ ਤਾਂ ਰਹੀ ਗੱਲ ਨੂਰਮਹਿਲ ਆਪਣੇ ਲਾਗੇ ਪੈਂਦਾ ਹੈ, ਨੂਰਮਹਿਲ ਇਸਤਰੀ ਪ੍ਰਧਾਨਗੀ ਲਈ ਜੀ, ਤਾਂ ਉਹਦੇ ਲਈ ਇਹ ਚਾਹੀਦਾ ਹੈ ਕਿ ਬਈ ਕੋਈ ਵੀ ਜਿਹੜੀ ਔਰਤ ਹੈ ਉਹ ਇਸ ਸਮਰੱਥ ਹੋਵੇ ਕਿ ਸ਼ਹਿਰ ਦਾ ਵਿਕਾਸ ਕਰ ਸਕਦੀ ਹੋਵੇ। ਤੋ ਜਿੱਦਾਂ ਉੱਥੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕਰਨ ਦੇ ਯੋਗ ਹੋਵੇ, ਉਹੋ ਜਿਹੜਾ ਉਹ ਯੋਗ ਕੈਂਡੀਡੇਟ ਹੈ ਉਹਨੂੰ ਜਿਹੜਾ ਉਹ ਮੌਕਾ ਦੇਣਾ ਚਾਹੀਦਾ ਆ ਜੀ। ਤੋ ਇਸ ਕਰਕੇ ਇਹਦੇ ਨਾਲ ਨਾਲ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਕਿ ਬਈ ਆਪਣੇ ਮਤ ਦਾ ਤਾਂ ਵੀ ਫਾਇਦਾ ਹੈ ਕਿ ਜੇ EVM ਜਿਹੜੀ ਆ ਜੀ, ਕਿਉਂਕਿ EVM ਜਿਹੜੀ ਆ ਉਹ ਸਰਕਾਰਾਂ ਜਿਹੜੀਆਂ ਉਹ ਰਿਜ਼ਲਟ ਜਿਹੜੇ ਆ ਉਹ ਉਹਦੇ ਆਪਣੀ ਮਰਜ਼ੀ ਮੁਤਾਬਕ ਜਿਹੜੇ ਆਉਣ ਦਾ ਉਹ ਉਹਨਾਂ ਨੂੰ ਪਤਾ ਹੁੰਦਾ ਜੀ। ਤੋ ਆਪਣੇ ਵੋਟਾਂ ਪਾਉਣ ਦਾ ਤਾਂ ਹੀ ਫਾਇਦਾ ਹੋਊਗਾ ਕਿ ਜੇ ਉਹ ਜਿਹੜੀ ਆ EVM ਤੇ ਇਲੈਕਸ਼ਨ ਨਾ ਹੋਵੇ। ਕਿਉਂਕਿ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਕਿਸਾਨ ਅੰਦੋਲਨ ਇੰਨਾ ਲੰਬਾ ਹੋ ਗਿਆ, ਇੰਨੇ ਲੋਕ ਉੱਥੇ ਦਿਨ ਰਾਤ ਬੈਠੇ ਨੇ, ਇੰਨੀਆਂ ਮੌਤਾਂ ਹੋ ਗਈਆਂ, ਇੰਨਾ ਪੈਸਾ ਖਰਚ ਹੋਇਆ, ਦੇਸ਼ ਪਰੇਸ਼ਾਨ ਹੈ, ਪਰ ਭਾਰਤੀ ਜਨਤਾ ਪਾਰਟੀ ਔਰ RSS ਜਿਹੜੀਆਂ ਜਥੇਬੰਦੀਆਂ ਉਹ ਬਿਲਕੁਲ ਪਰਵਾਹ ਨਹੀਂ ਕਰ ਰਹੀਆਂ ਜੀ। ਕਿਉਂਕਿ ਮੈਂ ਇਹ ਮਹਿਸੂਸ ਕਰਦਾ ਕਿ ਉਹ ਇਹ ਸੋਚ ਰਹੇ ਨੇ ਕਿ ਜੋ ਮਰਜ਼ੀ ਬੈਠੇ ਕਰੀ ਜਾਣ, ਇਹਦਾ ਰਿਜ਼ਲਟ ਜਿਹੜਾ ਉਹ ਗਾਹਾਂ ਇਲੈਕਸ਼ਨ ਵੇਲੇ ਤਾਂ EVM ਨਹੀਂ ਦੇਣਾ। ਸੋ ਇਸ ਕਰਕੇ ਉਹ ਇਸੇ ਕਰਕੇ ਪਰਵਾਹ ਨਹੀਂ ਕਰ ਰਿਹਾ। ਇਸ ਕਰਕੇ ਸਾਨੂੰ ਇਹਦੇ ਖਿਲਾਫ ਵੀ ਇੱਕ ਜਿਹੜਾ ਜਨ ਅੰਦੋਲਨ ਜ਼ਰੂਰ ਖੜਾ ਕਰਨਾ ਪਏਗਾ, ਤਾਂ ਇਹ ਸਾਡੇ ਦੇਸ਼ ਦਾ ਢਾਂਚਾ ਜਿਹੜਾ ਹੈ ਸੁਧਾਰ ਸਕਦਾ। ਸੋ ਮੈਂ ਇਸੇ ਦੇ ਨਾਲ ਹੀ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਦਾ ਸਾਰਿਆਂ ਦਾ ਧੰਨਵਾਦ ਕਰਦਾ। ਬਿਲਗਾ ਜੀ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ EVM ਮਸ਼ੀਨ ਦੀ, ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਦਾ ਜਿਹੜਾ ਇਸ ਵੇਲੇ ਪ੍ਰਚਾਰ ਹੈ, ਵੋਟਾਂ ਪੈ ਰਹੀਆਂ, ਉਹਦੇ ਵਿੱਚ ਇਹੋ ਜਿਹੀਆਂ ਕਨਸੂਆਂ ਆ ਰਹੀਆਂ ਆ। ਅਗਰ ਬੰਗਾਲ ਦੇ ਵਿੱਚ ਜੀ ਕੋਈ ਜਿਹੜੀ ਇਹੋ ਜਿਹੀ ਸਰਕਾਰ ਬਣ ਗਈ ਜਿੱਦਾਂ ਤੁਸੀਂ EVM ਦੀ ਗੱਲ ਕੀਤੀ ਆ, ਤਾਂ ਉਸ ਤੋਂ ਬਾਅਦ ਲੱਗਦਾ ਆ ਵੀ ਲੋਕ ਜਿਹੜੇ ਆ ਉਹ ਵਿਰੋਧ 'ਚ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ
EVM ਦੇ ਵਿਰੁੱਧ ਜੀ ਜੀ ਤਾਂ ਦੇਸ਼ ਦੇ ਅੰਦਰ ਮੰਨ ਲਓ ਮਹਿਸੂਸ ਹੋ ਰਿਹਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਆ ਉਹ EVM ਦੇ ਵਿਰੋਧ ਵਿੱਚ ਜਿਹੜਾ ਆ ਉਹ ਲੋਕ ਇਕੱਠੇ ਹੁੰਦੇ ਨਜ਼ਰ ਆਉਂਦੇ ਆ। ਤੁਸੀਂ ਬਹੁਤ ਵਧੀਆ ਸਾਡੇ ਸਰੋਤਿਆਂ ਨੂੰ ਜਿਹੜਾ ਇਹ ਦੱਸਿਆ। ਅਸੀਂ ਤੁਹਾਡਾ ਸੁਰਿੰਦਰਪਾਲ ਬਿਲਗਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਸਰੋਤਿਆਂ ਨੂੰ ਜਿਹੜਾ ਆ ਬਹੁਤ ਵਧੀਆ ਵਿਚਾਰ ਜਿਹੜੇ ਦਿੱਤੇ ਆ। ਦੋਸਤੋ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਚਲਾਂਤ ਮੁੱਦਿਆਂ 'ਤੇ ਚਰਚਾ ਕੀਤੀ ਆ। ਸੁਰਿੰਦਰਪਾਲ ਬਿਲਗਾ ਜੀ ਨੇ ਇਹਨਾਂ ਮੁੱਦਿਆਂ 'ਤੇ ਟਿੱਪਣੀ ਜਿਹੜੀ ਆ ਕੀਤੀ ਆ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਜ਼ਰੂਰ ਆਪਣਾ ਤੁਸੀਂ ਜਿਹੜਾ ਵਿਚਾਰ ਆ ਉਹ ਕਮੈਂਟ ਬਾਕਸ ਵਿੱਚ ਦੇ ਸਕਦੇ ਆ। ਬਿਲਗਾ ਨਿਊਜ਼ ਆਨਲਾਈਨ ਨਾਲ ਜੁੜੇ ਸਰੋਤਿਆਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਸੱਜਣਾਂ ਨੇ ਹੁਣ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ। ਜਿਹੜੇ ਵੀ ਸੱਜਣ ਸਾਡੇ ਹੁਣ ਤੱਕ ਜੁੜੇ ਆ ਸਬਸਕ੍ਰਾਈਬ ਕੀਤਾ ਅਸੀਂ ਉਹਨਾਂ ਨਾਲ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਲਗਾਤਾਰ ਤੁਹਾਡੇ ਮਨਪਸੰਦ ਦੇ ਜਿਹੜੇ ਪ੍ਰੋਗਰਾਮ ਆ ਉਹ ਲੈ ਕੇ ਆਉਂਦੇ ਰਹਾਂਗੇ। ਧੰਨਵਾਦ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।